ਮੈਨੂੰ ਉੱਥੇ ਛੇਕ ਇਸ ਤਰ੍ਹਾਂ ਗਲਤ ਅਰਥ ਕਰਦੇ ਹੋ। ਉਹਦੀ ਮੇਰੇ ਤੋਂ ਵੀਡੀਓ ਆ, ਤੁਸੀਂ ਆਪ ਹੀ ਵੇਖ ਸਕਦੇ ਹੋ। ਪ੍ਰਵੀਨ ਬਾਲਾ ਉਹਦਾ ਉਸ ਲੜਕੀ ਦਾ ਇਹ ਵੀਜ਼ਾ ਵਾ ਤੇ ਉਹਦੇ ਘਰ ਦੇ ਕਹਿ ਰਹੇ ਆ ਕਿ ਉਹ ਲੜਕੀ मतलब कि सानू उन्होंने एजेंट ने मार दी ਜਾਂ किधरे लापता। ਉਹਦੀ रोज डेली मेरे नाल गल हुंदी है, मेरे को प्रूफ है। आ वेखो दा वीज़ा लगा हुआ है, हुण वीज़े दे पैसे ते एजेंट मंगेगा ही, ठीक है ना, तुसीं सियाणे हो। आ वेखो आ कुड़ी दी फोटो है, राजविंदर कौर है, आ लड़की है। ਉਹਦੇ ਵਿੱਚ ਪ੍ਰਵੀਨ ਵਾਲਾ ਨੇ ਕਿਹਾ ਕਿ ਮੈਨੂੰ ਉੱਥੇ ਅੰਦਰ ਕੈਦੀ ਕਰਕੇ ਰੱਖਿਆ ਗਿਆ। ਆ ਵੇਖੋ ਆ ਮੇਰੇ ਨਾਲ ਹੈ ਪ੍ਰਵੀਨ ਵਾਲਾ ਦੀ ਫੋਟੋ। ਆ ਪ੍ਰਵੀਨ ਵਾਲਾ ਦੇਖੋ, ਉਹਨੂੰ ਕੈਦ ਕੀਤਾ ਹੋਇਆ, ਘੁੰਮ ਰਹੀ ਹੈ ਆਪਣੀ ਮਰਜ਼ੀ ਨਾਲ ਤੇ ਇਹਨੇ ਆ ਕੇ ਮੀਡੀਆ 'ਚ ਖਬਰ ਝੂਠੀ ਛਪਵਾਈ ਆ ਕੇ। ਦੁਬਈ 'ਚ ਰੁਜ਼ਗਾਰ ਦੀ ਆੜ 'ਚ ਦੇ ਵਪਾਰ ਦੇ ਧੰਦੇ 'ਚ ਧਕੇਲਣ ਦੇ ਦੋਸ਼ਾਂ ਨੂੰ ਨਕਾਰਿਆ। ਪੱਟੀ ਇਲਾਕੇ ਨਾਲ ਸੰਬੰਧਿਤ ਪਿੰਡ ਸਭਰਾ ਅੰਦਰੋਂ ਦੁਬਈ 'ਚ ਰੁਜ਼ਗਾਰ ਲਈ ਗਈ ਇੱਕ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਪੱਟੀ ਇਲਾਕੇ ਦੀ ਇੱਕ ਔਰਤ ਏਜੰਟ ਉੱਪਰ ਦੁਬਈ ਵਿੱਚ ਲੜਕੀਆਂ ਨੂੰ ਰੁਜ਼ਗਾਰ ਦੇ ਬਹਾਨੇ ਨਾਲ ਲਿਜਾ ਕੇ ਦੇ ਵਪਾਰ ਵਰਗੇ ਸਰੀਰਕ ਸ਼ੋਸ਼ਣ ਦੇ ਕੰਮਾਂ ਵਿੱਚ ਧਕੇਲਣ ਦੇ ਦੋਸ਼ ਲਗਾਉਣ ਦੀ ਵੀਡੀਓ ਵੈਬ ਚੈਨਲ 'ਤੇ ਨਸ਼ਰ ਕੀਤੀ ਗਈ ਸੀ, ਜਦੋਂ ਕਿ ਸਥਾਨਕ ਪੁਲਿਸ ਵੱਲੋਂ ਅਜਿਹੀ ਸ਼ਿਕਾਇਤ ਸੰਬੰਧੀ ਕੋਈ ਪੜਤਾਲ ਨਹੀਂ ਕੀਤੀ ਜਾ ਰਹੀ ਹੈ। ਇਨ੍ਹਾਂ ਇਲਜ਼ਾਮਾਂ 'ਤੇ ਵਿਸ਼ਰਾਮ ਲਗਾਉਂਦਿਆਂ ਪਿੰਡ ਸਭਰਾ ਅੰਦਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਕਤ ਏਜੰਟ ਕੁਲਵਿੰਦਰ ਕੌਰ ਅਤੇ ਕੁਝ ਦਿਨ ਪਹਿਲਾਂ ਦੁਬਈ ਤੋਂ ਵਾਪਸ ਪਰਤੀਆਂ ਲੜਕੀਆਂ ਨੇ ਦੱਸਿਆ ਕਿ ਲੜਕੀਆਂ ਨੂੰ ਦੁਬਈ 'ਚ 2 ਸਾਲ ਦੇ ਵਰਕ ਪਰਮਿਟ 'ਤੇ ਲਿਜਾਣ ਲਈ ਵਰਕ ਪਰਮਿਟ ਦਾ ਖਰਚਾ ਕੰਪਨੀ ਕਰਦੀ ਹੈ, ਪਰ ਜੋ ਲੜਕੀਆਂ ਕੰਮਕਾਰ ਨਹੀਂ ਕਰਨਾ ਚਾਹੁੰਦੀਆਂ ਅਤੇ ਵਾਪਸ ਪਰਤਣਾ ਚਾਹੁੰਦੀਆਂ ਹਨ ਤਾਂ ਕੰਪਨੀ ਉਹਨਾਂ ਲੜਕੀਆਂ ਤੋਂ ਵਰਕ ਪਰਮਿਟ ਲਗਾਉਣ ਦਾ ਖਰਚਾ ਵਾਪਸ ਮੰਗਦੀ ਹੈ, ਜਿਸ ਕਾਰਨ ਵਾਪਸ ਪਰਤਣ ਵਾਲੀਆਂ ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ਪਾਸੋਂ ਏਜੰਟ ਉੱਪਰ ਸਰੀਰਕ ਸ਼ੋਸ਼ਣ ਵਰਗੇ ਭੱਦੇ ਇਲਜ਼ਾਮ ਲਗਵਾ ਕੇ ਏਜੰਟ ਕੋਲੋਂ ਪੈਸੇ ਬਟੋਰਨ ਦਾ ਬਹਾਨਾ ਬਣਾਉਂਦੇ ਹਨ। ਦੁਬਈ ਤੋਂ ਵਾਪਸ ਪਰਤੀਆਂ ਲੜਕੀਆਂ ਨੇ ਦੱਸਿਆ ਕਿ ਪੰਜਾਬ ਅੰਦਰ ਰੁਜ਼ਗਾਰ ਨਾ ਹੋਣ ਕਰਕੇ ਉਹਨਾਂ ਵੱਲੋਂ ਵਿਦੇਸ਼ ਦਾ ਰੁਖ ਕੀਤਾ ਗਿਆ ਹੈ, ਪਰ ਅਜਿਹੇ ਇਲਜ਼ਾਮਾਂ ਨਾਲ ਔਰਤ ਜਾਤੀ ਦਾ ਵੀ ਅਪਮਾਨ ਹੁੰਦਾ ਹੈ ਅਤੇ ਘੱਟ ਖਰਚੇ ਨਾਲ ਦੁਬਈ 'ਚ ਕੰਮ ਕਰਨ ਦੀ ਚਾਹਵਾਨ ਪੰਜਾਬੀ ਔਰਤਾਂ ਨੂੰ ਵੀਜ਼ਾ ਲੈਣ ਵਿੱਚ ਮੁਸ਼ਕਲ ਆਵੇਗੀ। ਤੁਸੀਂ ਆ ਜਿਹੜੀਆਂ ਚੀਜ਼ਾਂ ਦਿਖਾ ਰਹੇ ਜੇ, ਜਿਹੜਾ ਇੱਕ ਕੁਝ ਦਿਨਾਂ ਤੋਂ ਜਿਹੜਾ ਪੱਟੀ ਇਲਾਕੇ ਦੇ ਵਿੱਚ ਇੱਕ ਬੜਾ ਇਹ ਮੁੱਦਾ ਸਰਗਰਮ ਹੋਇਆ ਪਿਆ ਕਿ ਜਿਹੜੀਆਂ ਇੱਥੋਂ ਦੀਆਂ ਕੁਝ ਲੜਕੀਆਂ ਦੁਬਈ ਦੇ ਵਿੱਚ ਕੰਮ ਕਰਨ ਜਾਂਦੀਆਂ ਤੇ ਉੱਥੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਵਾ ਜਾਂ ਕਈ ਤਰ੍ਹਾਂ ਦੇ ਇਲਜ਼ਾਮ ਇੱਥੋਂ ਦੇ ਏਜੰਟਾਂ 'ਤੇ ਲਗਾਏ ਜਾ ਰਹੇ ਆ। ਇਹਦੇ ਬਾਰੇ ਤੁਸੀਂ ਅੱਜ ਸਾਡੇ ਨਾਲ ਗੱਲ ਕਰਨ ਲਈ ਜੁੜੇ ਹੋ ਤੇ ਇਹ ਕੀ ਹੈ ਸਾਰਾ ਮਾਮਲਾ, ਕੀ ਤੁਹਾਨੂੰ ਪਤਾ ਹੈ ਕਿ ਇਹਦੇ ਪਿੱਛੇ ਕੀ ਕਾਰਨ ਨੇ ਜਾਂ ਅਸਲੀਅਤ ਕੀ ਹੈ, ਤੁਸੀਂ ਦੱਸੋ ਸਾਨੂੰ। ਹਾਂਜੀ ਸਰ, ਅਸਲੀਅਤ ਇਹ ਹੈ ਕਿ ਕੁੜੀਆਂ ਉੱਥੇ ਪਹੁੰਚ ਜਾਂਦੀਆਂ, ਚਾਹ ਵਿੱਚ ਚਲੇ ਜਾਂਦੀਆਂ ਵਾ, ਬਾਅਦ 'ਚ ਉਹਨਾਂ ਦਾ ਉੱਥੇ ਮਨ ਨਹੀਂ ਲੱਗਦਾ, ਵੀਜ਼ਾ ਲੱਗ ਜਾਂਦਾ, ਸਭ ਕੁਛ ਲੱਗ ਜਾਂਦਾ ਵਾ ਤੇ ਬਾਅਦ 'ਚੋਂ ਕੰਮ ਤੋਂ ਭੱਜਦੀਆਂ ਵਾ, ਦਿਨ ਨਹੀਂ ਲਗਾਉਂਦੀਆਂ ਤੇ ਏਜੰਟਾਂ ਤੇ ਝੂਠੇ ਇਲਜ਼ਾਮ ਲਗਾਉਂਦੀਆਂ ਵਾ। ਇਹੋ ਜਿਹੀ ਕੋਈ ਗੱਲ ਨਹੀਂ ਆ। ਵੇਖੋ ਆ ਕੁੜੀ ਆਈ ਹੈ, ਇਹਨੂੰ ਪੁੱਛੋ, ਦੱਸੋ 6 ਮਹੀਨੇ ਲਗਾ ਕੇ ਛੁੱਟੀ ਆਈ ਹੈ, ਬੋਲੋ ਦੱਸੋ। ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਰਾਜਵਿੰਦਰ ਕੌਰ। ਤੁਹਾਡੇ ਪਤੀ ਦਾ ਕੀ ਨਾਮ ਹੈ? ਸਤਨਾਮ ਸਿੰਘ। ਕਿੱਥੋਂ ਦੇ ਰਹਿਣ ਵਾਲੇ ਜੇ? ਸਭਰਾ ਦੇ। ਤੇ ਤੁਸੀਂ ਉੱਥੇ ਕਦੋਂ ਗਏ ਸੀ ਤੇ ਕਿੰਨਾ ਚਿਰ ਰਹੇ? 6 ਮਹੀਨੇ ਲਾ ਕੇ ਆਈ ਮੈਂ, ਅਲਵਰਸ਼ਾ 'ਚ ਰਹਿੰਦੀ ਹਾਂ। ਕੀ ਕੰਮ ਕਰਦੇ ਸੀ ਉੱਥੇ? ਕੁਕਿੰਗ ਦਾ, ਕਿਚਨ ਦਾ, ਰੋਟੀ ਬਣਾਉਣ ਦਾ ਕੰਮ ਕਰਦੇ ਸੀ। ਜਿਹੜੀਆਂ ਇੱਥੇ ਅੱਜ ਕੱਲ੍ਹ ਬਹੁਤ ਜ਼ਿਆਦੀਆਂ ਇੱਕ ਇੱਥੇ ਅਫਵਾਹਾਂ ਉੱਡ ਰਹੀਆਂ ਕਿ ਜਿਹੜੀਆਂ ਲੜਕੀਆਂ ਉੱਥੇ ਕੰਮ ਕਰਨ ਜਾਂਦੀਆਂ ਨੇ ਉਹਨਾਂ ਦੇ ਨਾਲ ਬੜਾ ਇੱਕ ਸਰੀਰਕ ਸ਼ੋਸ਼ਣ ਹੁੰਦਾ ਜਾਂ ਉਹਨਾਂ ਨੂੰ ਮਾਨਸਿਕ ਤਣਾਅ 'ਚ ਰੱਖਿਆ ਜਾਂਦਾ, ਵਾਪਸ ਨਹੀਂ ਆਉਣ ਦਿੰਦੇ, ਗੱਲ ਨਹੀਂ ਕਰਨ ਦਿੰਦੇ ਪਰਿਵਾਰ ਦੇ ਨਾਲ। ਇਹਨਾਂ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਆ? ਦੁਬਈ ਦੇ ਵਿੱਚ ਜਿਹੜੇ ਕੰਮ ਕਰਨ ਵਾਲੀਆਂ ਖਾਸ ਤੌਰ 'ਤੇ ਸਾਡੀਆਂ ਪੰਜਾਬੀ ਲੜਕੀਆਂ ਨੇ ਜਾਂ ਹੋਰ ਸਾਡੀਆਂ ਭੈਣਾਂ ਨੇ ਉੱਥੇ, ਕੀ ਉਹਨਾਂ ਦੀ ਸੁਰੱਖਿਆ ਕਿੰਨੀ ਕੁ ਉੱਥੇ ਜਿਹੜੀ ਆ ਉਹ ਸੁਰੱਖਿਆ ਹੈਗੀ ਆ ਜਾਂ ਨਹੀਂ ਹੈਗੀ? ਇਹਦੇ ਬਾਰੇ ਤੁਸੀਂ ਕੁਝ ਦੱਸੋ। ਇਹੋ ਜੀ ਸਰ ਉੱਥੇ ਕੋਈ ਗੱਲ ਨਹੀਂ ਹੈਗੀ। ਮੈਂ 6 ਮਹੀਨੇ ਲਾਏ ਆ, ਕੋਈ ਜੈਂਟਸ ਮੈਂ ਅੱਜ ਦੇ ਦਿਨਾਂ ਤੱਕ ਨਹੀਂ ਦੇਖਿਆ। ਬਹੁਤ ਵਧੀਆ ਫੈਮਿਲੀ ਆ, ਮੈਂ ਬਹੁਤ ਵਧੀਆ ਰਹਿ ਰਹੀ ਹਾਂ। ਮੈਂ 6 ਮਹੀਨੇ ਲਾ ਕੇ ਆਈ ਹਾਂ, 7ਵੇਂ ਮਹੀਨੇ 'ਚ ਆਈ ਹਾਂ, ਮੈਂ ਫਿਰ ਵਾਪਸ 9 ਤਰੀਕ ਨੂੰ ਜਾ ਰਹੀ। 9 ਅਪ੍ਰੈਲ ਨੂੰ ਵਾਪਸ ਜਾ ਰਹੇ ਜੇ? ਜਾ ਰਹੇ। ਕਿ ਜਿਹੜੇ ਇਦਾਂ ਦੇ ਇਲਜ਼ਾਮ ਲੱਗਦੇ ਆ ਤੁਹਾਨੂੰ ਹੁਣ ਬਕਵਾਸ ਆ, ਕੁਛ ਨਹੀਂ ਹੈਗਾ, ਸਭ ਇੰਡੀਆ ਵਾਲੇ ਹੀ ਕਰਦੇ ਆ, ਉਧਰ ਕੁਛ ਨਹੀਂ ਹੈਗਾ। ਨਹੀਂ, ਅਕਸਰ ਇੰਨੇ ਜਿੰਨੀਆਂ ਅਫਵਾਹਾਂ ਉੱਡ ਰਹੀਆਂ ਨੇ ਕਿ ਪਰਿਵਾਰ ਵਾਲੇ ਤੁਹਾਨੂੰ ਜਾਣ ਦੇਣਗੇ ਇੰਨੀਆਂ ਅਫਵਾਹਾਂ ਦੇ ਵਿੱਚ ਉੱਥੇ ਵੀ ਦੁਬਈ ਜਾ ਕੇ ਕੰਮ ਕਰੋ? ਮੇਰੇ ਉੱਤੇ ਵਿਸ਼ਵਾਸ ਆ, ਜੋ ਬਕਵਾਸ ਕਰਦੇ ਆ ਉਹਨਾਂ ਦੇ ਪਿੱਛੇ ਉਹ ਨਹੀਂ ਲੱਗਣਗੇ। ਤੁਸੀਂ ਦੱਸੋ ਜੀ, ਕੀ ਇਹ ਤੁਸੀਂ ਦੱਸੋ ਵੀ ਇਹ ਕਿੰਨਾ ਕੁ ਮਤਲਬ ਇਹਨਾਂ ਚੀਜ਼ਾਂ ਸੱਚਾਈ ਹੈ ਕਿ ਜਿਹੜੀਆਂ ਸਾਡੀਆਂ ਇੱਥੋਂ ਪੰਜਾਬੀ ਜਾਂ ਭਾਰਤੀ ਲੜਕੀਆਂ ਉੱਥੇ ਜਾਂ ਕੁਝ ਹੋਰ ਔਰਤਾਂ ਕੰਮ ਕਰਨ ਨੂੰ ਜਾਂਦੀਆਂ ਨੇ, ਉਹਨਾਂ ਨੂੰ ਮਾਨਸਿਕ ਤਣਾਅ 'ਚ ਰੱਖਿਆ ਜਾਂਦਾ ਗੱਲ ਕਰਨ ਵਾਸਤੇ ਜਾਂ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਉਹਨਾਂ ਦੇ? ਇਹਨਾਂ ਗੱਲਾਂ 'ਚ ਕਿੰਨਾ ਕੁ ਦੁਬਈ ਦੇ ਵਿੱਚ ਸੱਚਾਈ ਹੈ? ਆਖਰ ਕਿੰਨਾ ਕੁ ਸੱਚ ਆ, ਕਿੰਨਾ, ਕਿਉਂਕਿ ਇੱਥੇ ਅਕਸਰ ਹੀ ਜਿਹੜੇ ਇਦਾਂ ਦੇ ਇਲਜ਼ਾਮ ਅੱਜ ਕੱਲ੍ਹ ਲੱਗਣੇ ਸ਼ੁਰੂ ਹੋ ਗਏ ਨੇ ਕਿ ਉੱਥੇ ਲੜਕੀ ਗਈ ਆ ਜਾਂ ਕੋਈ ਔਰਤ ਗਈ ਆ, ਉਹਨੂੰ ਵਾਪਸ ਨਹੀਂ ਆਉਣ ਦਿੱਤਾ ਜਾ ਰਿਹਾ। ਕੁਝ ਸਭਰਾ ਪਿੰਡ ਤੋਂ ਹੀ ਕੱਲ ਜਿਹੜੀ ਬੜੀ ਇੱਕ ਵੀਡੀਓ ਵਾਇਰਲ ਹੋਈ ਆ ਕਿ ਇੱਕ ਰਾਜਵਿੰਦਰ ਕੌਰ ਨਾਂ ਦੀ ਸ਼ਾਇਦ ਉਹ, ਹਾਂਜੀ, ਆ ਵੇਖੋ ਦਾ ਉਸ ਲੜਕੀ ਦਾ ਇਹ ਵੀਜ਼ਾ ਵਾ ਤੇ ਉਹਦੇ ਘਰ ਦੇ ਕਹਿ ਰਹੇ ਆ ਕਿ ਉਹ ਲੜਕੀ
ਮਤਲਬ ਕਿ ਸਾਨੂੰ ਉਹਨਾਂ ਨੇ ਏਜੰਟ ਨੇ ਮਾਰ ਦਿੱਤੀ ਜਾਂ ਕਿਧਰੇ ਲਾਪਤਾ। ਉਹਦੀ ਰੋਜ਼ ਡੇਲੀ ਮੇਰੇ ਨਾਲ ਗੱਲ ਹੁੰਦੀ ਹੈ, ਮੇਰੇ ਕੋਲ ਪ੍ਰੂਫ ਹੈ। ਆਹ ਵੇਖੋ ਉਹਦਾ ਵੀਜ਼ਾ ਲੱਗਾ ਵਾ। ਹੁਣ ਵੀਜ਼ੇ ਦੇ ਪੈਸੇ ਤੇ ਏਜੰਟ ਮੰਗੇਗਾ ਹੀ, ਠੀਕ ਹੈ ਨਾ, ਤੁਸੀਂ ਸਿਆਣੇ ਹੋ। ਆਹ ਵੇਖੋ ਆਹ ਕੁੜੀ ਦੀ ਫੋਟੋ ਹੈ, ਰਾਜਵਿੰਦਰ ਕੌਰ ਹੈ, ਆਹ ਲੜਕੀ ਆ। ਤੇ ਇਹੋ ਜਿਹੀ ਉੱਥੇ ਕੋਈ ਗੱਲ ਨਹੀਂ, ਕੋਈ ਵੀ ਗੱਲ ਨਹੀਂ ਹੈਗੀ ਇਹੋ ਜਿਹੀ। ਉੱਥੋਂ ਦੇ ਕਾਨੂੰਨ ਬਹੁਤ ਸਖਤ ਹੈਗੇ ਆ। ਨਹੀਂ ਜਿਹੜੇ ਇੰਨੇ ਇਲਜ਼ਾਮਾਂ ਦੇ ਵਿੱਚ ਘਿਰ ਜਾਂਦਾ ਹੈ ਬੰਦਾ, ਵੇਖੋ ਸਪੋਜ਼ ਕਰੋ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਹੋਏਗਾ ਉੱਥੇ, ਤੁਸੀਂ ਰੁਜ਼ਗਾਰ ਦੀ ਭਾਲ 'ਚ ਗਏ ਜੇ, ਬੁਰਾ ਪ੍ਰਭਾਵ ਪੈਂਦਾ ਦੂਸਰਿਆਂ ਤੇ ਵੀ ਆ ਗਲਤ ਖਬਰਾਂ। ਮਤਲਬ ਇਹੋ ਜਿਹੀਆਂ ਜਿਹੜੀਆਂ ਸ਼ਬਦਾਵਲੀਆਂ ਸਾਹਮਣੇ ਆ ਰਹੀਆਂ ਨੇ, ਉਹਨਾਂ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਹੁਣ ਆਉਣ ਵਾਲੇ ਲੋਕ ਰੁਜ਼ਗਾਰ ਦੀ ਭਾਲ 'ਚ ਜਾਂਦੇ ਨੇ ਉਹ ਉੱਥੇ ਫਿਰ ਨਹੀਂ ਘਲਾਉਣਗੇ? ਫਿਰ ਨਹੀਂ, ਐਸੇ ਝੂਠੀਆਂ ਖਬਰਾਂ ਜਿਹੜੀਆਂ ਅਫਵਾਹ ਫੈਲਦੀਆਂ, ਫਿਰ ਇਹਦਾ ਬਹੁਤ ਪ੍ਰਭਾਵ ਪੈਂਦਾ ਵਾ ਦੂਸਰਿਆਂ ਤੇ। ਚਲੋ ਹੁਣ ਤੇ ਆਪਾਂ ਸੱਚਾਈ ਦੇਣ ਲਈ ਸਾਹਮਣੇ ਆ ਗਏ, ਪ੍ਰੂਫ ਲੈ ਕੇ ਆ ਗਏ ਆ। ਕਈ ਵਾਰ ਇਹੋ ਜਿਹਾ ਹੋ ਸਕਦਾ ਵੀ ਕੋਈ ਆ ਵੀ ਨਹੀਂ ਸਕਦਾ ਸਾਹਮਣੇ, ਫਿਰ ਸੱਚਾਈ ਕੌਣ ਸਾਬਤ ਕਰੇ? ਤੁਹਾਨੂੰ ਤੁਸੀਂ ਫਿਰ ਇਹਦੇ ਵਿੱਚ ਜਿਹੜੀਆਂ ਅਫਵਾਹਾਂ ਉੱਡ ਰਹੀਆਂ ਨੇ, ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਉਹ ਪੂਰੀ ਤਹਿ ਤੱਕ ਜਾਣ ਤੇ ਘਰਦਿਆਂ ਦੇ ਹੰਝੂ ਨਾ ਵੇਖਣ, ਘਰ ਝੂਠਾ ਉਹਨਾਂ ਦਾ ਨਾ ਵੇਖਣਾ। ਪ੍ਰੂਫ ਅਸੀਂ ਲੈ ਕੇ ਆਏ ਨਾਲ, ਇਹ ਝੂਠੇ ਪ੍ਰੂਫ ਨਹੀਂ ਹੈਗੇ, ਠੀਕ ਹੈ ਨਾ। ਉਹਨਾਂ ਨੇ ਕਿਹਾ ਕਿ ਸਾਡੀ ਕੁੜੀ ਰੋਜ਼ ਡੇਲੀ ਮੇਰੇ ਨਾਲ ਗੱਲ ਕਰਦੀ, ਮੇਰੇ ਕੋਲ ਪ੍ਰੂਫ ਹੈਗਾ ਵਾ, ਸਭ ਕੁਝ ਮੇਰੇ ਨਾਲ ਰਹੀ ਆ, ਅਸੀਂ ਉੱਥੇ ਬਿਲਕੁਲ ਸੇਫ ਹੈਗੇ ਆ, ਕੋਈ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈਗੀ, ਠੀਕ ਹੈ ਨਾ। ਘਰ ਦੇ ਝੂਠੇ ਇਲਜ਼ਾਮ ਲਾ ਕੇ ਦੂਸਰਿਆਂ ਦੇ ਰੁਜ਼ਗਾਰ ਨੂੰ ਵੀ ਲੱਤ ਮਾਰ ਰਹੇ ਆ, ਠੀਕ ਹੈ ਨਾ, ਜਿਹੜੇ ਉੱਥੇ ਕੰਮ ਕਰ ਰਹੇ ਆ। ਭਾਜੀ ਤੁਸੀਂ ਵੀ ਵਿੱਚ ਬੈਠੇ ਜੇ, ਤੁਹਾਡਾ ਕੀ ਨਾਮ ਹੈ ਜੀ? ਸਰ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ। ਮੇਰੀਆਂ 2 ਲੜਕੀਆਂ ਗਈਆਂ ਸੀ। ਕੀ ਨਾਮ ਜੀ ਉਹਨਾਂ ਦਾ? ਕਿੱਥੋਂ ਦੇ ਰਹਿਣ ਵਾਲੇ ਜੇ ਤੁਸੀਂ? ਸਭਰਾ ਦੇ ਰਹਿਣ ਵਾਲੇ ਜੀ। ਅੱਛਾ ਜੀ। ਹਾਂਜੀ। ਤੇ ਇੱਕ ਛੋਟੀ ਲੜਕੀ ਮੇਰੀ ਇਹਨਾਂ ਦੇ ਨਾਲ ਰਾਜਵਿੰਦਰ ਕੌਰ ਦੇ ਨਾਲ ਗਈ ਸੀ, ਉਹਦਾ ਨਾਮ ਕਵਲਜੀਤ ਕੌਰ, ਉਹ ਵੀ ਕੰਮ ਕਰ ਰਹੀ ਉੱਥੇ। ਅੱਛਾ ਜੀ। ਇਹ ਮੇਰੀ ਵੱਡੀ ਬੇਟੀ ਹੈ, ਬਾਅਦ ਚ ਗਈ ਆ। ਅੱਛਾ ਜੀ। 1.5 ਮਹੀਨਾ ਗਈ ਇਹਨੂੰ ਹੋਇਆ ਵਾ, ਤੇ ਇਹ ਉੱਥੇ ਆ ਕੇ ਬਿਮਾਰ ਹੋ ਗਈ। ਅੱਛਾ ਜੀ। ਇਸ ਕਰਕੇ ਇਹਨੂੰ ਵਾਪਸ ਭੇਜਦਾ। ਜਿੰਨੀਆਂ ਵੇਖੋ ਤੁਹਾਡੇ ਪਿੰਡ ਦੀਆਂ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਉੱਡੀਆਂ ਨੇ ਕਿ ਜਿਹੜੀਆਂ ਲੜਕੀਆਂ ਉੱਧਰ ਗਈਆਂ ਨੇ ਉਹ ਮਾਨਸਿਕ ਤਣਾਅ 'ਚ ਨੇ, ਘਰੇ ਗੱਲ ਨਹੀਂ ਕਰਨ ਦਿੱਤੀ ਜਾ ਰਹੀ, ਜਾਂ ਉੱਥੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਤੋਂ ਕੁਝ ਗਲਤ ਕਰਾਇਆ ਜਾ ਰਿਹਾ ਵਾ। ਤੁਸੀਂ ਵੇਖੋ ਤੁਹਾਡੀਆਂ ਬੇਟੀਆਂ ਨੇ, ਤੁਸੀਂ ਬੜੇ ਸਮਝਦਾਰ ਜੇ, ਤੁਹਾਨੂੰ ਕੀ ਲੱਗਦਾ ਗੱਲਾਂ 'ਚ ਕਿੰਨੀ ਕੁ ਸੱਚਾਈ ਹੈ, ਜਾਂ ਕੀ ਰੁਜ਼ਗਾਰ ਦੇ ਮਾਮਲੇ 'ਚ ਇਦਾਂ ਦਾ ਉੱਥੇ ਜਾ ਕੇ ਹੋਣਾ, ਜਾਂ ਇਹਨਾਂ ਗੱਲਾਂ ਦੇ ਵਿੱਚ ਕੀ ਤੱਥ ਕੀ ਸੱਚ ਕੀ ਹੈਗਾ ਵਾ? ਉਹ ਤਾਂ ਸਰ ਮੇਰੇ ਪਿੰਡ ਦਾ ਹੀ ਬੰਦਾ ਵਾ ਜਿਹਨੇ ਇਲਜ਼ਾਮ ਲਾਇਆ ਵਾ, ਤੇ ਮੈਨੂੰ ਇੰਨਾ ਉਸ ਬੰਦੇ ਤੇ ਗੁੱਸਾ ਆਉਂਦਾ, ਜੇ ਮੇਰੇ ਸਾਹਮਣੇ ਹੋਵੇ ਤਾਂ ਮੈਂ ਪਤਾ ਨਹੀਂ ਕੀ ਕਰ ਸਕਦਾ। ਮੈਂ ਉਹਨਾਂ ਹੱਥੋਂ ਪਾਈ ਵੀ ਹੋ ਸਕਦਾ। ਨਜਾਇਜ਼ ਫੋਨ ਹਟਾਉਂਦਾ। ਮੇਰੀ ਬੇਟੀ ਇਹ ਸਹੀ ਸਲਾਮਤ ਆ ਗਈ, ਜਦੋਂ ਠੀਕ ਨਹੀਂ ਸੀ ਉਹਨਾਂ ਨੇ ਭੇਜਤੀ। ਅਸੀਂ ਕਿਹਾ ਸਾਡੇ ਕੋਲ ਇੰਡੀਆ ਭੇਜ ਦਿਓ ਤੁਸੀਂ, ਉਹਨਾਂ ਨੇ ਭੇਜਤੀ ਆ। ਅੱਛਾ ਜੀ। ਹਾਂਜੀ। ਅਸੀਂ ਉਹਦਾ ਇਲਾਜ ਕਰਾਉਣ ਦੇ 2 ਸਾਲ ਦਾ ਵੀਜ਼ਾ ਲੱਗਾ, ਇਹਨੇ ਫਿਰ ਵਾਪਸੀ ਜਾਣਾ ਜੀ। ਅੱਛਾ ਜੀ। ਹਾਂਜੀ। ਦੂਜੀ ਬੇਟੀ ਮੇਰੀ ਉਹ ਡੇਲੀ ਗੱਲ ਕਰਦੀ ਆ, ਪੈਸੇ ਵੀ ਭੇਜਦੀ ਆ। ਅੱਛਾ। ਹਾਂਜੀ ਹਾਂਜੀ। ਉਹ ਬਾਹਰ? ਹਾਂਜੀ, ਉਹ ਬਾਹਰ। ਤੇ ਅਸੀਂ ਪੂਰੀ ਜਿੱਥੇ ਵੀ ਸਾਤੋਂ ਮਤਲਬ ਪਹੁੰਚਿਆ ਗਿਆ, ਅਸੀਂ ਪਹੁੰਚਾਂਗੇ ਉਹ ਬੰਦੇ ਨੂੰ ਜਿਹੜੇ ਬੰਦੇ ਨੇ ਨਜਾਇਜ਼ ਫਵਾੜ ਆਈ। ਉਹ ਜਿਹੜੀ ਲੜਕੀ ਤੁਹਾਡੀ ਬਾਹਰ ਗਈ, ਉਹ ਵੀ ਇਹਨਾਂ ਏਜੰਟ ਦੇ ਥਰੂ ਹੀ ਗਈ? ਹਾਂਜੀ ਹਾਂਜੀ, ਇਸੇ ਏਜੰਟ ਦੇ ਥਰੂ ਗਈ। ਉਹ ਗੁੱਡੀ ਦੇ ਨਾਲ ਗਈ ਹੈ, ਇਕੱਠੀਆਂ ਗਈਆਂ। ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗਿਆ ਵੀ ਇਹਨਾਂ ਅਫਵਾਹਾਂ ਤੇ ਰੋਕ ਲਾਉਣ ਦੇ ਮਾਮਲੇ 'ਚ? ਇਹਨਾਂ ਬੰਦਿਆਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ, ਜਿਹੜੇ ਨਜਾਇਜ਼ ਜਿਹੜੇ ਫਵਾਹ ਉਡਾਉਂਦੇ ਆ। ਪਹਿਲਾਂ ਵੀ 1-2 ਵਾਰੀ ਇਹਨਾਂ ਨੇ ਇਦਾਂ ਕਰਕੇ ਫਿਰ ਬੰਦਿਆਂ ਦੇ ਵਿੱਚ ਗਲਤੀ ਮੰਨੀ ਆ ਵੀ ਮੇਰੇ ਤੋਂ ਗਲਤੀ ਹੋ ਗਈ ਆ। ਜਦੋਂ ਉਧਰੋਂ ਪਤਾ ਲੱਗਾ ਉਹ ਕੁੜੀ ਨੇ ਗੱਲ ਕੀਤੀ, ਉਹਦੇ ਟੱਬਰ ਨੇ, ਵੀ ਨਹੀਂ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਗੀ, ਇਸ ਬੰਦੇ ਨੇ ਗਲਤੀ ਮੰਨੀ ਆ। ਤੇ ਆ ਮਾਤਾ ਜੀ ਦੀ ਨੂੰਹ ਵੀ ਗਏ ਆ ਬਾਹਰ, ਇਹਨਾਂ ਇਹ ਦੱਸਣਗੇ, ਡੇਲੀ ਗੱਲ ਕਰਦੇ। ਮਾਤਾ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਬਜਨ। ਅੱਛਾ ਜੀ। ਕਿੱਥੋਂ ਦੇ ਰਹਿਣ ਵਾਲੇ ਜੇ? ਸਵਰਾਜ। ਤੇ ਕੀ ਤੁਹਾਡਾ ਕੌਣ ਗਿਆ ਪਰਿਵਾਰ ਦਾ ਮੈਂਬਰ ਬਾਹਰ? ਨਾ ਗਈ ਮੇਰੀ। ਕੀ ਨਾਂ ਉਹਨਾਂ ਦਾ? ਸੰਦੀਪ ਕੌਰ। ਕਿੰਨਾ ਚਿਰ ਹੋ ਗਿਆ ਗਈ ਨੂੰ? 7 ਮਹੀਨੇ ਹੋ ਗਏ ਇਹਨਾਂ ਨਾਲ। ਉਹਨਾਂ ਦਾ ਫੋਨ ਆਉਂਦਾ ਕੋਈ? ਹਾਂ ਆਉਂਦਾ, ਹੁਣੇ ਗੱਲ ਕਰਕੇ ਹਟੇ ਆ। ਅੱਛਾ। 2-3 ਵਾਰੀ ਦਿਹਾੜੀ ਦਾ ਫੋਨ ਆਉਂਦਾ, ਗੱਲਾਂ ਕਰੀਦੀਆਂ। ਇਹਨਾਂ ਅਫਵਾਹਾਂ ਬਾਰੇ ਵੇਖੋ, ਤੁਸੀਂ ਬੜੇ ਸਿਆਣੇ ਜੇ, ਤੁਸੀਂ ਬਜ਼ੁਰਗ ਜੇ, ਤੁਸੀਂ ਇੱਕ ਸੱਭਿਆਚਾਰਕ ਰੀਤੀ ਰਿਵਾਜਾਂ 'ਚ ਰਹੇ ਜੇ, ਜਿਹੋ ਜਿਹੇ ਇਲਜ਼ਾਮ ਲੱਗਦੇ ਪਏ ਨੇ ਅੱਜ ਕੱਲ੍ਹ ਏਜੰਟਾਂ ਦੇ ਉੱਪਰ, ਜਾਂ ਉੱਥੇ ਜਾ ਕੇ ਲੜਕੀਆਂ ਦਾ ਸ਼ੋਸ਼ਣ ਕੀਤਾ ਜਾਂਦਾ, ਮਾਨਸਿਕ ਤਣਾਅ 'ਚ ਰੱਖਿਆ ਜਾਂਦਾ, ਕੀ ਤੁਹਾਡੇ ਪਰਿਵਾਰ, ਤੁਹਾਡੀ ਜਿਹੜੀ ਉੱਥੇ ਨੂੰਹ ਆ, ਕੋਈ ਇਦਾਂ ਦਾ, ਜਿਵੇਂ ਮੰਨ ਲਓ ਇਹਨਾਂ ਦੇ, ਤੁਹਾਡਾ ਕੀ ਨਾਂ ਹੈ ਜੀ? ਕੁਲਵਿੰਦਰ ਕੌਰ। ਇਹ ਸਾਰੇ ਇਲਜ਼ਾਮ ਤੁਹਾਡੇ ਤੇ ਲੱਗਦੇ ਪਏ ਨੇ ਹਾਂਜੀ ਜੀ? ਵੀਰ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ? ਪਰਿੰਗੜੀ ਦੇ ਰਹਿਣ ਵਾਲੇ ਹਾਂ ਜੀ। ਕੀ ਤੁਹਾਡਾ ਘਰਵਾਲ ਦਾ ਕੀ ਨਾਮ ਆ? ਅੰਗਰੇਜ਼ ਸਿੰਘ। ਅੱਛਾ। ਜਿਹੜੇ ਇਲਜ਼ਾਮ ਲੱਗਦੇ ਪਏ ਨੇ, ਇਹਨਾਂ 'ਚ ਕਿੰਨੀ ਕੁ ਸੱਚਾਈ ਹੈ ਜੀ? ਮੇਰੇ ਭਾਜੀ ਤੇ ਕੋਈ ਵੀ ਸੱਚਾਈ ਨਹੀਂ ਹੈ। ਅੱਛਾ ਜੀ। ਹਾਂਜੀ। ਪੁੱਛ ਸਕਦੇ ਆ ਜਿਨ੍ਹਾਂ ਦੀਆਂ ਲੜਕੀਆਂ ਭੇਜੀਆਂ, ਕੰਮ ਤੇ ਲਾਈਆਂ। ਅੱਛਾ ਜੀ। ਜੇ ਕੋਈ ਗਲਤ ਗੱਲ ਹੈ, ਮੈਂ ਦੇਣਦਾਰ। ਇਹ ਨਾ ਨਜਾਇਜ਼ ਲੱਗ ਰਿਹਾ ਆ, ਕੋਈ ਗਲਤੀ ਨਹੀਂ, ਕੋਈ ਉੱਥੇ ਕੋਈ ਵੀ ਮਾੜੀ ਹਰਕਤ ਨਹੀਂ ਹੋ ਰਹੀ। ਕੰਮ ਕਰਦੀਆਂ, ਆਪਦਾ ਪੈਸਾ ਪਾਉਂਦੀਆਂ, ਕਮਾਉਂਦੀਆਂ। ਜਿੰਨਾ ਕੰਮ ਨਹੀਂ ਕਰਨਾ ਉਹ ਜਲਾਮ ਉਹਨਾਂ ਹੀ ਲਾਉਣੇ ਆ, ਜਿਹੋ ਜਿਹਾ ਮਰਜ਼ੀ ਲਾ ਸਕਦੇ। ਤੁਸੀਂ ਇਹ ਗੱਲਾਂ ਕਿਤੇ ਏਜੰਟ ਦੇ ਦਬਾਅ 'ਚ ਆ ਕੇ ਤੇ ਨਹੀਂ ਕਰ ਰਹੇ ਸਾਰੀਆਂ? ਨਾ ਨਾ ਨਾ,
ਤੁਸੀਂ ਸਰਦਾਰ ਜੀ? ਅੱਛਾ ਪਿਛਲੇ ਦਿਨੀ ਭਾਜੀ ਖਬਰ ਲੱਗੀ ਉਹਦੇ ਵਿੱਚ ਪ੍ਰਵੀਨ ਵਾਲਾ ਨੇ ਕਿਹਾ ਕਿ ਮੈਨੂੰ ਉੱਥੇ ਅੰਦਰ ਕੈਦੀ ਕਰਕੇ ਰੱਖਿਆ ਗਿਆ। ਆ ਵੇਖੋ ਆ ਮੇਰੇ ਨਾਲ ਹੈ ਪ੍ਰਵੀਨ ਵਾਲਾ ਦੀ ਫੋਟੋ, ਆ ਪ੍ਰਵੀਨ ਵਾਲਾ ਦੇਖੋ ਉਹਨੂੰ ਕੈਦ ਕੀਤਾ ਵਾ, ਘੁੰਮ ਰਹੀ ਆਪਣੀ ਮਰਜ਼ੀ ਨਾਲ, ਤੇ ਇਹਨੇ ਆ ਕੇ ਮੀਡੀਆ 'ਚ ਖਬਰ ਝੂਠੀ ਛਪਵਾਈ ਆ ਕੇ। ਦੱਸੋ ਇਹ ਗਲਤ ਹੈ ਨਾ ਗੱਲ? ਇਹ ਪ੍ਰੂਫ ਵੇਖੋ। ਉਹ ਤਾਂ ਵਾਪਸ ਆਈ ਹੈ ਨਾ, ਹਾਂਜੀ ਕਿਸੇ ਟਰਸਟ ਨੇ ਸੱਦਿਆ ਉਹਨੂੰ, ਪੈਸੇ ਲਾ ਕੇ ਵਾਪਸ ਆਈ ਆ। ਜਦੋਂ ਉੱਥੇ ਕੰਮ ਨਹੀਂ ਕਰੋਗੇ ਤੇ ਫਿਰ ਏਜੰਟ ਉੱਥੇ ਤੁਹਾਨੂੰ ਬਿਠਾ ਕੇ ਕੀ ਕਰਵਾਏਗਾ? ਦੱਸੋ, ਜਦੋਂ ਤੁਸੀਂ ਕੰਮ ਹੀ ਨਹੀਂ ਕਰ ਰਹੇ। ਆਹ ਦੇਖ ਲਓ, ਇਹਨੇ ਝੂਠੀ ਖਬਰ ਲਗਾਈ ਆ, ਸੱਚਾਈ ਦੇਖੋ ਹੁਣ ਤੁਹਾਡੇ ਸਾਹਮਣੇ ਆ। ਪਤਾ ਕੀ ਕਈ ਵਾਰ ਕੀ ਹੁੰਦਾ ਹੈ ਕਿ ਏਜੰਟ ਦੇ ਕਿਹਾ ਵੀ ਆਪਾਂ ਇਹ ਗੱਲ ਕਰਦੇ ਨੇ, ਏਜੰਟ ਦੇ ਕਿਹਾ ਨਹੀਂ, ਆ ਸੱਚਾਈ ਆ, ਪ੍ਰੂਫ ਦੇਖੋ। ਸਰ ਜੀ ਆਪਾਂ ਸਿਆਣੇ ਬੰਦੇ ਆ, ਬਿਲਕੁਲ ਹੀ ਇਹਨਾਂ ਦਾ ਸਾਨੂੰ ਕੋਈ ਦਬਾਅ ਨਹੀਂ ਆ। ਹਾਂਜੀ ਅਸੀਂ ਇਹਨਾਂ ਨਾਲ ਕਈ ਵਾਰੀ ਮਾੜਾ ਮੋੜ ਕੋਈ ਹੋਵੇ ਵੀ ਸਾਨੂੰ ਲੱਗੇ ਅਸੀਂ ਇਹਨਾਂ ਨਾਲ ਗਰਮ ਹੋ ਜਾਂਦੇ। ਇਹੋ ਜਿਹੇ ਬੰਦੇ ਆ, ਕੋਈ ਵਿਗਾੜੀ ਨਹੀਂ ਗਈ, ਇਹੋ ਜਿਹੇ ਵਧੀਆ ਬੰਦੇ ਹੈਗੇ, ਸਾਡੇ ਆਪਦੇ ਗਵਾਂਢ ਰਹਿਣ ਵਾਲੇ ਬੰਦੇ ਹੈਗੇ। ਇਹ ਤਾਂ ਏਜੰਟ ਤਾਂ ਸਗੋਂ ਮੇਰੀ ਭੈਣ ਬਣੀ ਹੋਈ ਆ, ਤੇ ਮੇਰੀਆਂ ਬੇਟੀਆਂ ਗਈਆਂ, ਆਪਣੀਆਂ ਬੇਟੀਆਂ ਦੇ ਕੋਈ ਇਹੋ ਜਿਹਾ ਇਲਜ਼ਾਮ ਲੱਗਦਾ ਹੋਵੇ ਜਰ ਸਕਦਾ ਕੋਈ? ਕੁਲਵਿੰਦਰ ਕੌਰ। ਤੁਹਾਡੇ ਪਤੀ ਦਾ ਕੀ ਨਾਮ? ਅੰਗਰੇਜ਼ ਸਿੰਘ। ਕਿੱਥੋਂ ਦੇ ਰਹਿਣ ਵਾਲੇ ਜੀ? ਪਰਿੰਗੜੀ ਦੇ। ਤੁਹਾਡੇ ਤੇ ਜਿਹੜੇ ਐਲੀਗੇਸ਼ਨ ਲੱਗਦੇ ਪਏ ਨੇ ਕਿ ਤੁਸੀਂ ਕੁਝ ਲੜਕੀਆਂ ਨੂੰ ਸਭਰਾ ਤੋਂ, ਪੱਟੀ ਤੋਂ ਜਾਂ ਹੋਰਨਾਂ ਇਲਾਕਿਆਂ ਤੋਂ ਦੁਬਈ ਭੇਜਦੇ ਜੇ। ਹਾਂਜੀ। ਉੱਥੇ ਉਹ ਲੜਕੀਆਂ ਮਾਨਸਿਕ ਤਣਾਅ ਦੇ ਵਿੱਚ ਨੇ, ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਵਾ। ਕੋਈ ਵੀ ਵੀਰ ਜੀ ਉਹੋ ਜਿਹੀ ਗੱਲ ਨਹੀਂ ਹੈ। ਸਰੀਰਕ ਸ਼ੋਸ਼ਣ ਹੁੰਦਾ ਹੈ ਤੇ ਉਹਨਾਂ ਨੂੰ ਘਰੇ ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਫਿਰ ਇਹ ਦੱਸੋ ਵੀ ਕੀ ਤੁਸੀਂ ਲੜਕੀਆਂ ਨੂੰ ਵਿਦੇਸ਼ ਭੇਜਿਆ ਜੇ? ਹਾਂਜੀ। ਕਿੰਨੀਆਂ ਲੜਕੀਆਂ ਭੇਜ ਚੁੱਕੇ ਜੋ ਹੁਣ ਤੱਕ? ਸਭਰਾਵਾਂ ਤੋਂ ਵਾਧੂ ਲੜਕੀਆਂ ਗਈਆਂ। ਕਿੰਨੀਆਂ ਕੁ? ਕੋਈ 15 ਦੇ ਕਰੀਬ ਮੰਨ ਕੇ ਚੱਲੋ। ਤੇ ਹੋਰਨਾਂ ਥਾਵਾਂ ਤੋਂ ਅੰਦਾਜ਼ੇ ਨਾਲ ਤੁਸੀਂ ਹੁਣ ਤੱਕ ਕਿੰਨੀਆਂ ਲੜਕੀਆਂ ਭੇਜ ਚੁੱਕੇ ਜੀ? ਲੜਕੀਆਂ ਤੇ ਕਾਫੀ ਗਈਆਂ, ਸਭਰਾਵਾਂ ਤੋਂ 15 ਹੀ ਗਈਆਂ। ਤੇ ਕੀ ਇਹਨਾਂ ਜਿਹੜੇ ਤੁਹਾਡੇ ਆਰੋਪ ਲੱਗੇ ਆ, ਕਿੰਨੀ ਸੱਚਾਈ ਇਹਦੇ ਵਿੱਚ, ਤੁਸੀਂ ਕੀ ਪ੍ਰਤੀਕਿਰਿਆ ਦਿੰਦੇ ਜੀ? ਇਹੋ ਜੀ ਵੀਰ ਜੀ ਕੋਈ ਵੀ ਗੱਲ ਨਹੀਂ ਹੈਗੀ, ਸਾਰਿਆਂ ਦੇ ਘਰੇ ਗੱਲ ਹੁੰਦੀ ਆ। ਜਿਹੜੀ ਰਾਜਵਿੰਦਰ ਦਾ ਖਬਰ ਆਈ ਆ ਕੱਲ ਸਭਰਾਵਾਂ ਤੋਂ, ਉਹਨੇ 14 ਦਿਨ ਕੰਮ ਵੀ ਕੀਤਾ, ਉਹਨੂੰ ਸੈਲਰੀ ਵੀ ਮਿਲੀ ਆ 14,000 ਰੁਪਇਆ ਇੱਧਰ ਇੰਡੀਗਾ ਦਾ। ਕੋਈ ਵੀ ਇਦਾਂ ਦੀ ਗੱਲ ਨਹੀਂ, ਬਸ ਉਹ ਕਹਿੰਦੇ ਕਿ ਵਾਪਸ ਮੰਗਾ ਦਿਓ। ਉਹਦਾ ਵੀਜ਼ਾ ਲੱਗਾ ਵਾ, ਏਜੰਟ ਕਹਿੰਦਾ ਕਿ ਵੀਜ਼ੇ ਦੇ ਪੈਸੇ ਦੇ ਦਾ, ਵਾਪਸ ਚੱਲ ਜਾਓ, ਚਾਹੇ ਕੰਮ ਕਰੋ। ਜੇ ਕੰਮ ਨਹੀਂ ਮਿਲਦਾ ਹੀ ਜ਼ਿੰਮੇਵਾਰ ਆ, ਕੁੜੀ ਕੰਮ ਕਰੇ। ਮੈਂ ਅੱਜ ਵੀ ਕੰਮ ਤੇ ਲਵਾਉਂਗੀ। ਨਹੀਂ ਹੁਣ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ? ਨਹੀਂ, ਉਹ ਵੇਰ ਕੇ ਬੈਠੀ ਕਿ ਮੈਂ ਕੰਮ ਨਹੀਂ ਕਰਨਾ, ਇੰਡੀਗਾ ਹੀ ਆਉਣਾ। ਉਹਦੇ ਘਰ ਦੇ ਬੁਲਾਉਂਦੇ ਉਹਨੂੰ। ਪਰ ਇਹ ਜਿਹੜੇ ਜਦੋਂ ਮਤਲਬ ਜਿਹੜੇ ਆਰੋਪ ਲੱਗੇ ਨੇ, ਬੜੇ ਸੰਗੀਨ ਆਰੋਪ ਨੇ ਕਿ ਕਿਸੇ ਨੂੰ ਮਾਨਸਿਕ ਤਣਾਅ 'ਚ ਰੱਖਣਾ, ਉਹਨਾਂ ਦਾ ਸਰੀਰਕ ਸ਼ੋਸ਼ਣ ਕਰਨਾ, ਇਹ ਬਹੁਤ ਸੰਗੀਨ ਜੁਰਮ ਨੇ। ਹਾਂਜੀ ਭਾਜੀ, ਬਿਲਕੁਲ ਸਹੀ ਗੱਲ ਹੈ। ਪਰ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਤੁਸੀਂ ਇਹਨਾਂ ਆਰੋਪਾਂ ਦਾ ਕੀ ਕਰਦੇ ਜੀ ਫਿਰ? ਅਸੀਂ ਤੇ ਇੱਕ ਅੱਗੇ ਖਬਰ ਲੱਗੀ ਸੀ ਪੱਟੀ ਤੋਂ, ਤੇ ਅਸੀਂ ਕੁਝ ਵੀ ਨਹੀਂ ਕਿਹਾ। ਮੈਨੂੰ ਸਗੋਂ ਸਾਰਿਆਂ ਕਿਹਾ ਸੀ ਕਿ ਸਭਰਾਵਾਂ ਵਾਲਿਆਂ ਹੀ ਕਿਹਾ ਸੀ ਕਿ ਸਾਡੀਆਂ ਕੁੜੀਆਂ ਨਾਲ ਗਈਆਂ, ਸਾਡੀ ਬੇਇੱਜ਼ਤੀ ਹੁੰਦੀ, ਤੂੰ ਕੋਈ ਖਬਰ ਲਵਾ। ਮੈਂ ਕਿਹਾ ਨਹੀਂ, ਕੋਈ ਗੱਲ ਨਹੀਂ ਗੀ, ਮੈਂ ਕੋਈ ਵੀ ਗੱਲ ਨਹੀਂ ਕੀਤੀ। ਪਰ ਅੱਜ ਮੈਂ ਸਾਰੀਆਂ ਹੀ ਗੱਲਾਂ ਮੀਡੀਆ ਦੇ ਸਾਹਮਣੇ ਕਰਨਾ ਚਾਹੁੰਦੀ। ਦੱਸੋ, ਸੁਣ ਕੇ ਦੱਸੋ। ਆ ਵੇਖੋ ਜੀ, ਪੱਟੀ ਦੀ ਕੁੜੀ ਨੇ ਖਬਰ ਲਵਾਈ ਸੀਗੀ ਵੀ ਮੈਨੂੰ ਉੱਥੇ ਸ਼ੇਕ ਇਸ ਤਰ੍ਹਾਂ ਗਲਤ ਅਰਥ ਕਰਦੇ ਹੋ। ਉਹਦੀ ਮੇਰੇ ਤੋਂ ਵੀਡੀਓ ਆ, ਤੁਸੀਂ ਆਪ ਹੀ ਵੇਖ ਸਕਦੇ ਹੋ। ਨਾ ਕੀ ਨਾਮ ਦੱਸੋ? ਪ੍ਰਵੀਨ ਬਾਲਾ। ਤੇ ਜਿਹੜੀ ਹੁਣ ਚਲੋ ਇਹ ਹੋ ਗਿਆ, ਜਿਹੜੀ ਹੁਣ ਬਸ ਕੱਟੋ, ਇਹਨੂੰ ਕੱਟ ਦੋ, ਕੋਈ ਨਹੀਂ ਅੱਗੇ ਚਲੋ। ਜਿਹਨੇ ਹੁਣ ਆਰੋਪ ਲਗਾਏ ਤੁਹਾਡੇ ਤੇ, ਉਹਦਾ ਕੀ ਹੈ? ਉਹਦਾ ਵੀਜ਼ਾ ਲੱਗਾ ਹੋਇਆ 2 ਸਾਲਾਂ ਦਾ, ਮੇਰੇ ਕੋਲੇ ਪ੍ਰੂਫ ਆ। ਦਿਹਾੜੀ ਦੀ 10 ਵਾਰਾਂ, ਕੋਈ 20 ਵਾਰਾਂ ਮੇਰੇ ਕੋਲ ਕੁੜੀ ਦਾ ਮੈਰਿਜ ਸੌਂਦਾ ਗੱਲ ਹੁੰਦੀ ਆ। ਸਿਰਫ ਉਹ ਕੁੜੀ ਕੰਮ ਕਰਨਾ ਚਾਹੁੰਦੀ, ਉਹਦੇ ਘਰ ਦੇ ਬੁਲਾਉਣਾ ਚਾਹੁੰਦੀ ਉਹਨੂੰ। ਆ ਉਹਦਾ 2 ਸਾਲ ਦਾ ਵੀਜ਼ਾ ਲੱਗਾ ਵਾ। ਹੋਰ ਕੁਝ ਕਹਿਣਾ ਚਾਹੁੰਦੇ ਜੇ ਇਸ ਤੋਂ ਇਲਾਵਾ ਤੁਸੀਂ? ਵੇਖੋ ਵੀਰ ਜੀ, ਇਹ ਗੱਲ ਦਾ ਮੇਰੇ ਤੇ ਬੁਰਾ ਪ੍ਰਭਾਵ ਪੈਂਦਾ ਵਾ ਬਹੁਤ ਜ਼ਿਆਦਾ। ਜੇ ਮੈਂ ਗਲਤ ਹੋਊਂਗੀ, ਕਿਸੇ ਦਾ ਵੀਜ਼ਾ ਨਾ ਲੱਗੇ, ਕਿਸੇ ਨੂੰ ਕੰਮ ਨਾ ਮਿਲੇ, ਉਹ ਗੱਲ ਦੀ ਮੇਰੀ ਗਾਰੰਟੀ ਆ। ਜੇ ਹੁਣ ਕੋਈ ਖੁਦ ਕੰਮ ਨਾ ਕਰੂਗਾ। ਤੁਹਾਨੂੰ ਕਦੀ ਇਹਨਾਂ ਮਾਮਲਿਆਂ 'ਚ ਪੁਲਿਸ ਨੇ ਬੁਲਾਇਆ ਅੱਜ ਤੱਕ? ਨਹੀਂ, ਹਜੇ ਤੱਕ ਭਾਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਹੋਈ। ਫਿਰ ਤੁਹਾਡੇ ਤੇ ਇੰਨੇ ਇਲਜ਼ਾਮ ਲੱਗਦੇ ਆ, ਤੁਸੀਂ ਕੋਈ ਕੰਪਲੇਂਟ ਕੀਤੀ ਇਹਨਾਂ ਇਲਜ਼ਾਮਾਂ ਦੇ ਅੰਗੇ? ਨਹੀਂ, ਅਸੀਂ ਕੋਈ ਨਹੀਂ ਕੀਤੀ ਹੈ। ਕਿ ਸਗੋਂ ਸਭਰਾਵਾਂ ਵਾਲਿਆਂ ਮੈਨੂੰ ਕਿਹਾ ਸੀ, ਵੀਰ ਗੁਰਨਾਮ ਸੋਹਣੇ ਵੀ ਸਾਡੀਆਂ ਉੱਥੇ ਬੇਟੀਆਂ, ਸਾਡੇ ਤੇ ਮਾੜਾ ਪ੍ਰਭਾਵ ਪੈਂਦਾ, ਤੁਸੀਂ ਕੁਝ ਕਰੋ। ਮੈਂ ਕਿਹਾ ਵੀਰ ਜੀ ਕੋਈ ਗੱਲ ਨਹੀਂ ਗੀ, ਕੋਈ ਨਹੀਂ, ਮੈਂ ਕੋਈ ਵੀ ਇਦਾਂ ਦੀ ਗੱਲ ਨਹੀਂ ਸੋਚੀ ਹੈਗੀ। ਪਰ ਅੱਜ ਨਹੀਂ, ਅੱਜ ਮੈਂ ਜਿਹੜੀ ਵੀ ਗੱਲ ਆ, ਮੇਰਾ ਵੀਰ ਮੇਰੇ ਨਾਲ ਸਹਿਮਤ ਆ, ਸਾਰੇ ਜਾਣੇ ਸਹਿਮਤ। ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ। ਇਲਜ਼ਾਮ ਲਾ ਕੇ ਬਾਅਦ ਜਦੋਂ ਗਲਤੀ ਮੰਨ ਲਈ। ਚਲੋ, ਜਿੱਦਾਂ ਤੁਸੀਂ ਕਹਿ ਰਹੇ ਸਭਰਾਵਾਂ ਤੋਂ 15 ਕੁੜੀਆਂ ਕਈਆਂ ਲਗਭਗ, ਹਾਂਜੀ, ਉਹਨਾਂ 'ਚ ਹੋਰ ਵੀ ਕਿਸੇ ਘਰ ਨੇ ਕੰਪਲੇਂਟ ਕੀਤੀ ਜਾਂ ਸਿਰਫ ਇਹੀ? ਨਹੀਂ ਭਾਜੀ, ਕਿਸੇ ਨੇ ਕੋਈ ਵੀ ਕੰਪਲੇਂਟ ਨਹੀਂ ਕੀਤੀ ਹੈਗੀ। ਚਲੋ ਇਦਾਂ ਆ ਜਾਂਦੇ ਜਦੋਂ ਕਿਸੇ ਦੇ ਬੱਚੇ ਦਾ ਜੀ ਨਹੀਂ ਲੱਗਦਾ, ਉਹ ਮੈਨੂੰ ਕਹਿੰਦੇ ਕਿ ਚਲ ਉਹਨੂੰ ਕਹਿ ਕੇ
ਤੇ ਬੱਚੇ ਸਾਡੇ ਨੂੰ ਸਮਝਾਓ, ਬੱਚੇ ਨੂੰ ਸਮਝਾਈਦਾ, ਉਹ ਕੰਮ ਤੇ ਲੱਗ ਜਾਂਦੇ ਆ, ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਹੈਗੀ।